ਸਾਰਾ ਸੰਸਾਰ ਪੰਜ ਤੱਤਾਂ ਨਾਲ ਬਣਿਆ ਹੈ। ਸੋ ਇਹ ਸਾਡੀ ਜੋ ਸ੍ਰਿਸ਼ਟੀ ਹੈ, ਇਸ ਦੀ ਰਚਨਾ ਵੀ ਤਿੰਨ ਗੁਣਾਂ ਦੇ ਆਧਾਰ 'ਤੇ ਹੋਈ ਹੈ। ਸੋ ਇਸੇ ਤਰ੍ਹਾਂ ਹੀ ਜੋ ਇਸ ਧਰਤੀ 'ਤੇ ਪ੍ਰਾਣੀ ਹਨ, ਉਹਨਾਂ ਪ੍ਰਾਣੀਆਂ ਵਿੱਚ ਵੀ ਇਹ ਤ੍ਰਿਗੁਣ ਜਿਹੜੇ ਹਨ ਉਹ ਬਿਰਾਜਮਾਨ ਹਨ। ਸੋ ਇਹਨਾਂ ਦੇ ਪ੍ਰਾਣੀਆਂ ਦੇ ਵਿੱਚ ਤਿੰਨ ਗੁਣਾਂ ਦੀ ਜਿਹੜੀ ਹੈ ਉਹ ਪ੍ਰਧਾਨਤਾ ਹੈ। ਸੋ ਇਹ ਮਾਇਆ ਦੇ ਤਿੰਨ ਗੁਣ ਹੀ ਹਨ, ਕਿਉਂਕਿ ਮਾਇਆ ਹੀ ਜਿਹੜੀ ਹੈ ਪ੍ਰਾਣੀ ਨੂੰ ਉਹ ਇਹਨਾਂ ਤਿੰਨਾਂ ਗੁਣਾਂ ਦੇ ਆਧਾਰ 'ਤੇ ਉਸ ਦੀ ਪ੍ਰਕਿਰਤੀ ਜਾਂ ਚਰਿੱਤਰ ਨਿਰਮਾਣ ਜਿਹੜੀ ਹੈ ਉਹ ਕਰਦੀ ਹੈ। ਸੋ ਇਨਸਾਨ ਵਿੱਚ ਜਿਹੜੇ ਹਨ ਉਹ ਤਿੰਨੇ ਗੁਣ ਵਿਦਮਾਨ ਹੁੰਦੇ ਹਨ, ਪਰ ਇਹਨਾਂ ਵਿੱਚੋਂ ਕੋਈ ਨਾ ਕੋਈ ਗੁਣ ਜਿਹੜਾ ਅਧਿਕ ਜਿਹੜਾ ਜੇਕਰ ਹੋਏਗਾ ਤਾਂ ਉਹਦੇ ਨਾਲ ਚਰਿੱਤਰ ਨਿਰਮਾਣ ਜਿਹੜਾ ਹੋਏਗਾ। ਸੋ ਦੂਸਰੇ ਸ਼ਬਦਾਂ ਵਿੱਚ ਪ੍ਰਧਾਨ ਗੁਣ ਦੇ ਆਧਾਰ 'ਤੇ ਚਰਿੱਤਰ ਦਾ ਨਿਰਮਾਣ ਜਿਹੜਾ ਉਹ ਹੁੰਦਾ ਹੈ। ਜਿਸ ਤਰ੍ਹਾਂ ਇਹ ਪਵਿੱਤਰ ਸ਼ਬਦ ਵਿੱਚ ਕਿਹਾ ਗਿਆ ਹੈ ਕਿ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਸੋ ਇਹ ਮਾਇਆ ਦੇ ਜਿਹੜੇ ਤਿੰਨ ਗੁਣ ਹਨ, ਇਹਨਾਂ ਦਾ ਇਹ ਨਾਮ ਸਤਗੁਣ, ਰਜਗੁਣ, ਤਮੋਗੁਣ ਹਨ। ਇਹ ਇਨਸਾਨ ਵਿੱਚ ਜਨਮ ਦੇ ਨਾਲ ਹੀ ਜਿਹੜੇ ਹੈ ਉਹ ਆਉਂਦੇ ਹਨ, ਪੈਦਾ ਹੁੰਦੇ ਹਨ। ਸੋ ਪ੍ਰਾਣੀ ਵਿੱਚ ਇਹ ਨਹੀਂ ਕਹਿ ਸਕਦੇ ਕਿ ਇੱਕ ਗੁਣ ਹੀ ਵਿਦਮਾਨ ਹੈ, ਲੇਕਿਨ ਪ੍ਰਾਣੀ ਵਿੱਚ ਇਹ ਤਿੰਨੇ ਗੁਣ ਜਿਹੜੇ ਵਿਦਮਾਨ ਹੁੰਦੇ ਹਨ, ਪਰ ਇੱਕ ਗੁਣ ਦੀ ਜਿਹੜੀ ਹੈ ਉਹ ਪ੍ਰਧਾਨਤਾ ਜਿਹੜੀ ਹੈ ਉਹ ਹੁੰਦੀ ਹੈ। ਸੋ ਇਹ ਸਾਡੀ ਚੇਤਨ ਜਿਹੜੀ ਸਾਡੀ ਚੇਤਨ ਹੈ, ਚੇਤਨ ਅਵਸਥਾ ਹੈ, ਉਹਦੇ ਵਿੱਚ ਵੀ ਜਿਹੜੇ ਹਨ ਇਹਨਾਂ ਦਾ ਇਹ ਵਿਦਮਾਨ ਜਿਹੜੇ ਇਹ ਹੁੰਦੇ ਹਨ। ਸੋ ਸਤੋਗੁਣ, ਰਜੋਗੁਣ, ਤਮੋਗੁਣ ਜਿਹੜੇ ਹਨ ਇਹ ਇਨਸਾਨ ਵਿੱਚ ਜਨਮ ਦੇ ਨਾਲ ਹੀ ਜਿਹੜੇ ਹਨ ਉਹ ਹੁੰਦੇ ਹਨ। ਇਹ ਵਿਅਕਤੀ ਭਾਵੇਂ ਇਨਸਾਨ ਹੋਵੇ, ਮਨੁੱਖ ਹੋਵੇ, ਹਰ ਜੀਵ ਵਿੱਚ ਹੁੰਦੇ ਹਨ, ਭਾਵੇਂ ਉਹ ਦੇਵਤਾ ਹੋਵੇ, ਪਸ਼ੂ ਪਕਸ਼ੀ ਹੋ ਜਾਂ ਜਲ ਦੇ ਜਿਹੜੇ ਉਹ ਜੰਤੂ ਹੋਣ, ਭਾਵੇਂ ਪੌਦੇ ਹਨ। ਇਹ ਇੱਕ ਹੀ ਆਤਮਾ ਨੂੰ ਦੇਖਦਾ ਹੈ, ਇੱਕ ਹੀ ਆਤਮਾ ਨੂੰ ਜਿਹੜਾ ਹੈ ਉਹ ਦੇਖਦਾ ਹੈ। ਸੋ ਇਹ ਪਹਿਲਾ ਜਿਹੜਾ ਹੈ ਇਹ ਸਤੋਗੁਣ ਹੈ। ਸੋ ਇਹਨੂੰ ਸਤੋਗੁਣ ਵੀ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਇਹ ਇੱਕ ਆਤਮ ਸਾਖਸ਼ਕਾਰ ਦਾ ਜਿਹੜਾ ਵੀ ਹੈ ਉਹ ਪਹਿਲੂ ਵੀ ਹੈ। ਸਤੋਗੁਣ ਜਿਹੜਾ ਹੈ ਉਹ ਪ੍ਰਕਾਸ਼ਕ ਹੁੰਦਾ ਹੈ, ਪ੍ਰਕਾਸ਼ਵਾਨ ਹੁੰਦਾ ਹੈ। ਉਸ ਵਿੱਚ ਜਿਹੜੀ ਹੈ ਉਹ ਜ਼ਿਆਦਾ ਚੇਤਨਤਾ ਜਿਹੜੀ ਹੁੰਦੀ ਹੈ। ਰਜੋਗੁਣ ਜਿਹੜਾ ਹੈ ਉਹ ਭੌਤਿਕ ਜਿਹੜੀਆਂ ਚੀਜ਼ਾਂ ਨੇ, ਮਟੀਰੀਅਲ ਥਿੰਗਸ ਜਿਹੜੀਆਂ ਨੇ, ਰਜੋਗੁਣ ਜਿਹੜਾ ਹੈ ਇਹਦੇ 'ਚ ਵਿਦਮਾਨ ਜਿਹੜਾ ਹੈ ਭੌਤਿਕ ਚੀਜ਼ਾਂ ਵਿਦਮਾਨ ਹੁੰਦੀਆਂ ਹਨ। ਸੋ ਤਮੋਗੁਣ ਜਿਹੜਾ ਹੈ ਇਹਦੇ ਵਿੱਚ ਆਲਸ ਜ਼ਿਆਦਾ ਭਰਿਆ ਹੁੰਦਾ ਹੈ, ਤਾਮਸਿਕ ਚੀਜ਼ਾਂ ਜਿਹੜੀਆਂ ਹਨ ਉਹਨਾਂ ਦੇ ਪ੍ਰਤੀ ਜਿਹੜੀ ਹੈ ਆਕਰਸ਼ਕ ਜਿਹੜਾ ਹੁੰਦਾ ਹੈ। ਇਹ ਪ੍ਰਕਿਰਤੀ ਦੇ ਸਾਰੇ ਗੁਣ ਜਿਹੜੇ ਹਨ ਉਹ ਬੰਧਨਕਾਰੀ ਹਨ, ਮੁਕਤੀ ਦੇ ਸਾਧਨ ਨਹੀਂ ਹਨ। ਜਿੱਥੋਂ ਤੱਕ
ਸਤੋਗੁਣ ਜਿਹੜਾ ਹੈ ਇਹਦਾ ਸੰਬੰਧ ਹੈ ਇੱਥੋਂ ਤੱਕ ਕਿ ਸਤੋਗੁਣ ਨੇ ਵੀ ਜਿਹੜਾ ਹੈ ਸਤੋਗੁਣ ਵਿੱਚ ਹੀ ਮਨੁੱਖ ਜਿਹੜਾ ਇਹਦੇ ਵਿੱਚ ਜਿਹੜਾ ਬੱਝਿਆ ਰਹਿੰਦਾ ਹੈ। ਸੋ ਤਿੰਨਾਂ ਗੁਣਾਂ ਦੇ ਅਨੁਸਾਰ ਜਿਹੜੇ ਹਨ, ਜਿਹੜੇ ਵਿਭਿੰਨ ਪ੍ਰਕਾਰ ਦੇ ਗਿਆਨ, ਕਰਤਾ ਅਤੇ ਕਰਮ ਜਿਹੜਾ ਹੈ ਇਹਦੇ ਵਿੱਚ ਜਿਹੜਾ ਹੈ ਉਹ ਅਨੁਸਾਰ ਇਨਸਾਨ ਜਿਹੜਾ ਹੈ ਉਹ ਕੰਮ ਕਰਦਾ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਗੁਣ ਹੈ ਸਤੋਗੁਣ। ਸੋ ਸਤੋਗੁਣ ਦੀ ਜਿਹੜੀ ਹੈ ਉਹ ਮੇਨ ਹੈ ਕਿ ਉਹ ਜਿਹੜਾ ਹੈ ਉਹ ਸ਼ਾਂਤੀ ਪ੍ਰਿਯ ਸਿੱਧਾ ਸਾਦਾ ਇਨਸਾਨ ਜਿਹੜਾ ਹੈ ਉਹ ਹੁੰਦਾ ਹੈ। ਸਤੋਗੁਣ ਜਿਹੜਾ ਹੈ ਉਹ ਸਭ ਤੋਂ ਉੱਤਮ ਗੁਣ ਹੈ। ਸਤੋਗੁਣ ਵਾਲਾ ਇਨਸਾਨ ਜਿਹਦੇ ਵਿੱਚ ਗੁਣ ਹੈ ਸਿੱਧਾ ਸਾਦਾ ਸੱਚਾ ਸੱਚ ਬੋਲਣ ਵਾਲਾ ਜਿਹੜਾ ਹੈ ਉਹ ਹੁੰਦਾ ਹੈ। ਸੋ ਜਿਸ ਇਨਸਾਨ ਵਿੱਚ ਜਿਹੜੀ ਹੈ ਉਹ ਇਹ ਤਿੰਨਾਂ ਗੁਣਾਂ ਦੇ ਵਿੱਚ ਵੱਧ ਹੋਏਗਾ, ਉਸ ਪ੍ਰਵਿਰਤੀ ਦੇ ਅਨੁਸਾਰ ਉਹਦੀ ਰੁਚੀ ਬਣੇਗੀ। ਉਸ ਰੁਚੀ ਦੇ ਅਨੁਸਾਰ ਇਨਸਾਨ ਜਿਹੜਾ ਹੈ ਉਹ ਕਾਮਨਾ ਕਰਦਾ ਹੈ, ਕਿਸੇ ਚੀਜ਼ ਜਿਹੜੀ ਹੈ ਉਹ ਕਾਮਨਾ ਕਰਦਾ ਹੈ। ਸੋ ਇਸੇ ਤਰ੍ਹਾਂ ਅੱਗੇ ਹੈ ਕਿ ਸਾਤਵਿਕ ਜਿਹੜਾ ਇਨਸਾਨ ਹੈ ਉਹ ਕੋਈ ਅਧਿਕਾਰਾਂ ਦੀ ਜਿਹੜੀ ਹੈ ਜ਼ਿਆਦਾ ਕੋਈ ਮੰਗ ਨਹੀਂ ਕਰਦਾ ਹੈ, ਪ੍ਰੇਮ ਕਰਦਾ ਹੈ। ਉਹਦੇ ਵਿੱਚ ਜਿਹੜੀ ਉਹਦੀ ਪ੍ਰੇਮ ਦੀ ਜਿਹੜੀ ਭਾਵਨਾ ਹੈ, ਪ੍ਰੇਮ ਨਫ਼ਰਤ ਕਰਨ ਦੀ ਭਾਵਨਾ ਰਹਿਤ ਜਿਹੜਾ ਹੈ ਉਹਦੇ 'ਚ ਇਹ ਗੁਣ ਹੁੰਦਾ ਹੈ। ਸੋ ਇਸ ਭਾਵਨਾ ਦੇ ਅਨੁਸਾਰ ਹੀ ਉਹ ਪ੍ਰਮਾਤਮਾ ਨੂੰ ਜਿਹੜਾ ਪ੍ਰਸੰਨ ਕਰਨ ਦੀ ਜਿਹੜਾ ਹੈ ਉਹ ਕੰਮ ਕਰਦਾ ਹੈ। ਸੋ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਵਿੱਚ ਉਹ ਸਾਤਵਿਕ ਗੁਣ ਹੁੰਦਾ ਹੈ, ਉਹ ਇਨਸਾਨ ਜਿਹੜਾ ਹੈ ਉਹ ਬਿਨਾਂ ਕੁਛ ਮੰਗਿਆ, ਬਿਨਾਂ ਕਈ ਇਨਸਾਨ ਜਿਹੜੇ ਹਨ ਉਹ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ, ਮੰਦਰ ਜਾਂਦੇ ਹਨ, ਗੁਰਦੁਆਰੇ ਜਾਂਦੇ ਹਨ ਜਾਂ ਮਸੀਤ ਜਾਂਦੇ ਹਨ। ਸੋ ਉੱਥੇ ਉਹ ਸੇਵਾ ਕਰਨ ਦੇ ਨਾਲ ਹੀ ਜਿਹੜਾ ਹੈ ਉਹ ਕੁਛ ਨਾ ਕੁਛ ਜਿਹੜੇ ਉਹ ਮੰਗ ਲੈਂਦੇ ਹਨ। ਸੋ ਇਹ ਜਿਹੜਾ ਕੁਛ ਨਾ ਕੁਛ ਜਿਹੜਾ ਮੰਗਣਾ ਹੈ ਇਹ ਸਾਤਵਿਕ ਗੁਣਾਂ ਦੇ ਵਿੱਚ ਨਹੀਂ ਹੁੰਦਾ। ਸੋ ਬਿਨਾਂ ਕੁਛ ਮੰਗਿਆ, ਬਿਨਾਂ ਕੁਛ ਜਤਾਇਆ ਜੋ ਪਰਮਾਤਮਾ ਦੀ ਭਗਤੀ ਕਰਦਾ ਹੈ, ਬਿਨਾਂ ਅਧਿਕਾਰ ਦੀ ਭਾਵਨਾ ਦੇ ਨਾਲ ਜਿਹੜਾ ਹੈ ਉਸ ਨੂੰ ਸਾਤਵਿਕ ਜਿਹੜਾ ਹੈ ਉਹ ਗੁਣ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਇਹ ਸਾਤਵਿਕ ਗੁਣ ਉਸ ਇਨਸਾਨ ਵਿੱਚ ਜਿਹੜਾ ਹੈ ਉਹ ਵਿਦਮਾਨ ਜਿਹੜਾ ਹੁੰਦਾ ਹੈ। ਸੋ ਜੋ ਉਸ ਨੂੰ ਇਨਸਾਨ ਨੂੰ ਜੇ ਸਾਤਵਿਕ ਗੁਣ ਹੁੰਦੇ ਹਨ, ਜੋ ਵੀ ਉਹਨੂੰ ਕੰਮ ਜਿਹੜਾ ਸੌਂਪਿਆ ਜਾਂਦਾ ਹੈ ਉਹਦੀ ਉਹ ਪ੍ਰਣਾਮ ਦੀ ਜਿਹੜੀ ਹੈ ਉਹ ਆਕਾਂਸ਼ਾ ਨਹੀਂ ਕਰਦਾ ਕਿ ਇਹ ਜਿਹੜਾ ਕੰਮ ਮੈਨੂੰ ਸੌਂਪਿਆ ਗਿਆ ਹੈ ਤਾਂ ਮੈਨੂੰ ਇਸ ਦਾ ਕੀ ਮਿਲੇਗਾ, ਕਿਉਂਕਿ ਇਹ ਜਿਹੜਾ ਨਿਸ਼ਕਾਮ ਹੈ ਇਹ ਜਿਹੜਾ ਮਿੱਥਿਆ ਹੰਕਾਰ ਜਿਹੜਾ ਘਮੰਡ ਇਹ ਤੋਂ ਪਰੇ ਹੁੰਦਾ। ਸੋ ਉਹ ਇਨਸਾਨ ਜਿਸ ਨੂੰ ਕੰਮ ਸੌਂਪਿਆ ਗਿਆ ਹੈ, ਜਿੰਨਾ ਚਿਰ ਉਹ ਕੰਮ ਜਿਹੜਾ ਹੈ ਪੂਰਾ ਨਹੀਂ ਹੁੰਦਾ ਉਹ ਸਦਾ ਉਤਸ਼ਾਹ ਦੇ ਨਾਲ, ਉਤਸ਼ਾਹ ਭਰੇ ਹੋਏ ਦੇ ਨਾਲ ਜਿਹੜਾ ਕੰਮ ਜਿਹੜਾ ਕਰਦਾ ਹੈ। ਉਹ ਇਨਸਾਨ ਇਸ ਗੱਲ ਦੀ ਚਿੰਤਾ ਨਹੀਂ ਕਰਦਾ ਕਿ ਜਿਹੜਾ ਮੈਂ ਕੰਮ ਕਰ ਰਿਹਾ ਹਾਂ ਇਹਦੇ ਵਿੱਚ ਮੈਨੂੰ ਦੁੱਖ ਮਿਲ ਰਿਹਾ ਹੈ, ਇਹਦੇ ਵਿੱਚ ਮੈਨੂੰ ਕਸ਼ਟ ਮਿਲ ਰਿਹਾ ਹੈ, ਇਹਦੇ ਨਾਲ ਜਿਹੜਾ ਹੈ ਮੇਰੇ ਸਰੀਰ 'ਤੇ ਜਿਹੜਾ ਹੈ ਕੋਈ ਬੁਰਾ ਪ੍ਰਭਾਵ ਪੈ ਰਿਹਾ ਹੈ ਜਾਂ ਇਹਦਾ ਮੈਨੂੰ ਕੋਈ ਫਲ ਜਿਹੜਾ ਮਿਲੇਗਾ। ਲੇਕਿਨ ਉਹ ਇਨਸਾਨ ਹਮੇਸ਼ਾ ਉਤਸ਼ਾਹ ਭਰਿਆ ਬਿਨਾਂ ਲਾਲਸਾ ਕੀਤਿਆਂ ਜਿਹੜਾ ਉਹ ਕੰਮ ਸਦਾ ਕਰਦਾ ਹੈ।
ਲੇਕਿਨ ਇਸ ਦੀ ਉਹ ਪਰਵਾਹ ਨਹੀਂ ਕਰਦਾ, ਕਰਮ ਕਰਦਾ ਹੈ। ਮਹਾਰਾਜ ਕ੍ਰਿਸ਼ਨ ਜੀ ਦੇ ਕਹਿ ਅਨੁਸਾਰ ਜਿਹੜਾ ਹੈ ਕਿ ਹੇ ਇਨਸਾਨ, ਤੂੰ ਫਲ ਦੀ ਇੱਛਾ ਮਤ ਕਰ, ਆਪਣਾ ਕਰਮ ਕਰ, ਫਲ ਤੈਨੂੰ ਮੈਂ ਜੋ ਦੇਵਾਂਗਾ। ਉਹ ਇਨਸਾਨ ਸਫਲਤਾ ਦੇ ਵੱਲ ਧਿਆਨ ਨਹੀਂ ਦਿੰਦਾ। ਉਹ ਇਨਸਾਨ ਜੇਕਰ ਅਸਫਲ ਹੋ ਗਿਆ, ਵਿਫਲ ਹੋ ਗਿਆ, ਇਹਦੀ ਪਰਵਾਹ ਨਹੀਂ ਕਰਦਾ। ਉਸ ਨੂੰ ਜੇ ਸੁੱਖ ਮਿਲ ਗਿਆ ਤੇ ਤਾਂ ਵੀ ਉਹ ਜਿਹੜੀ ਹੈ ਉਹ ਸਹਿਜ ਅਵਸਥਾ ਦੇ ਵਿੱਚ ਰਹਿੰਦਾ ਹੈ, ਜੇ ਦੁੱਖ ਮਿਲ ਗਿਆ ਤਾਂ ਵੀ ਸਹਿਜ ਅਵਸਥਾ ਦੇ ਵਿੱਚ ਰਹਿੰਦਾ ਹੈ। ਸੋ ਇੱਕ ਦੋਨਾਂ ਦਾ ਬੈਲੈਂਸ ਜਿਹੜਾ ਹੈ, ਸੰਭਾਵ, ਸੁੱਖ ਦੁੱਖ ਦੇ ਸੰਭਾਵ ਦੇ ਵਿੱਚ ਉਹ ਰਹਿੰਦਾ ਹੈ। ਸੋ ਇਸ ਤਰ੍ਹਾਂ ਦਾ ਜੋ ਇਨਸਾਨ ਹੈ ਉਸ ਨੂੰ ਸਾਤਵਿਕ ਇਨਸਾਨ ਜਿਹੜੇ ਕਹਿੰਦੇ ਹਨ। ਉਹਦੇ ਵਿੱਚ ਸਾਤਵਿਕ ਜਿਹੜੇ ਗੁਣ ਜਿਹੜੇ ਹਨ ਉਹ ਵਿਦਮਾਨ ਜਿਹੜੇ ਉਹ ਰਹਿੰਦੇ ਹਨ ਕਿ ਇਹੋ ਜਿਹਾ ਇਨਸਾਨ ਜਿਹੜਾ ਭੌਤਿਕ ਗੁਣਾਂ ਦੇ ਬਿਨਾਂ ਅਹੰਕਾਰ ਰਹਿਤ, ਉਹਦੇ ਵਿੱਚ ਅਹੰਕਾਰ ਨਹੀਂ ਹੁੰਦਾ, ਉਹਦੇ 'ਚ ਦ੍ਰਿੜ ਸੰਕਲਪ ਹੁੰਦਾ, ਉਹਦੇ ਵਿੱਚ ਕੰਮ ਕਰਨ ਦਾ ਦ੍ਰਿੜ ਸੰਕਲਪ ਵਿਦਮਾਨ ਹੁੰਦਾ, ਉਹਦੇ ਵਿੱਚ ਉਤਸ਼ਾਹ ਹੁੰਦਾ। ਸੋ ਇਹਨਾਂ ਚੀਜ਼ਾਂ ਦੇ ਕਈ ਇਨਸਾਨ ਜਿਹੜੇ ਹਨ ਉਹ ਕੰਮ ਕਰਦੇ ਹਨ ਤਾਂ ਉਹ ਵੀ ਹੰਕਾਰ ਰਹਿਤ ਨਹੀਂ ਉਹ ਕਰ ਸਕਦੇ। ਲੇਕਿਨ ਜਿਹੜਾ ਸਤੋਗੁਣੀ ਇਨਸਾਨ ਹੈ ਉਹ ਹੰਕਾਰ ਰਹਿਤ ਹੋ ਕੇ ਕੰਮ ਕਰਦਾ ਹੈ। ਫਿਰ ਉਹ ਸੰਕਲਪ ਦੇ ਨਾਲ ਕੰਮ ਕਰਦਾ ਹੈ, ਉਤਸ਼ਾਹਪੂਰਵਕ ਕੰਮ ਕਰਦਾ ਹੈ। ਜੋ ਇਸ ਨੂੰ ਉਹ ਆਪਣਾ ਕਰਮ ਮੰਨਦਾ ਹੈ। ਸਫਲਤਾ ਤਾਂ ਪ੍ਰਭੂ ਨੇ ਦੇਣੀ ਹੈ, ਲੇਕਿਨ ਇਹਦੇ ਨਾਲ ਉਹ ਜਿਹੜਾ ਹੈ ਉਹ ਵਿਚਲਿਤ ਨਹੀਂ ਹੁੰਦਾ ਕਿ ਸਫਲਤਾ ਮਿਲ ਗਈ ਹੈ ਮੈਨੂੰ, ਉਹ ਬਹੁਤ ਖੁਸ਼ ਹੋ ਗਿਆ। ਨਹੀਂ, ਸਫਲਤਾ ਉਸ ਇਨਸਾਨ ਲਈ ਜਿਹੜਾ ਹੈ ਉਹ ਸੰਭਾਵ ਆ। ਜਿਸ ਤਰ੍ਹਾਂ ਦੁੱਖ ਸੁੱਖ ਜਿਹੜੇ ਹਨ, ਦੁੱਖ ਵੀ ਆ ਗਿਆ ਇਨਸਾਨ ਨੂੰ, ਸੁੱਖ ਵੀ ਜਿਹੜਾ ਆ ਗਿਆ। ਸੋ ਇਹਨਾਂ ਗੁਣਾਂ ਦੇ ਕਰਕੇ ਹੀ ਉਸ ਨੂੰ ਸਾਤਵਿਕ ਜਿਹੜਾ ਹੈ ਉਹ ਗੁਣ ਕਿਹਾ ਜਾਂਦਾ ਹੈ। ਸੋ ਇਹੋ ਜਿਹੜਾ ਇਨਸਾਨ ਹੈ ਉਹਦੇ ਵਿੱਚ ਧੈਰਯ ਬਹੁਤ ਹੁੰਦਾ, ਧੀਰਜ। ਜੇਕਰ ਧੀਰਜ ਹੀ ਨਹੀਂ ਹੋਏਗਾ, ਕਈ ਵਾਰੀ ਇਨਸਾਨ ਨੂੰ ਕਿਹਾ ਜਾਂਦਾ ਕੋਈ ਕੰਮ ਕਰ, ਹੌਸਲਾ ਰੱਖ, ਕੋਈ ਗੱਲ ਨਹੀਂ, ਇਹ ਕੰਮ ਜਿਹੜਾ ਉਹ ਹੋਏਗਾ। ਸੋ ਸੰਕਲਪ ਦੀ ਭਾਵਨਾ, ਧੈਰਯ ਦੀ ਭਾਵਨਾ ਜਿਹੜੀ ਹੈ ਉਹਦੇ ਵਿੱਚ ਜਿਹੜੀ ਹੁੰਦੀ ਹੈ। ਸੋ ਇਹਦਾ ਮੇਨ ਜਿਹੜਾ ਹੈ ਕਾਰਨ ਹੈ ਕਿ ਉਹਦੇ ਵਿੱਚ ਸਤੋਗੁਣੀ ਬੁੱਧੀ ਜਿਹੜੀ ਵਿਦਮਾਨ ਜਿਹੜੀ ਹੁੰਦੀ ਹੈ, ਜਿਸ ਦੇ ਦੁਆਰਾ ਜਿਹੜਾ ਮਨੁੱਖ ਇਹ ਜਾਣਦਾ ਹੈ ਕਿ ਕਿਹੜਾ ਜਿਹੜਾ ਕੰਮ ਹੈ ਉਹ ਕਰਨਯੋਗ ਹੈ, ਕਰਨੀय ਹੈ, ਔਰ ਕਿਹੜਾ ਨਹੀਂ ਹੈ। ਉਸ ਕਿਸ ਕੰਮ ਦੇ ਕੋਲੋਂ ਜਿਹੜਾ ਹੈ ਉਹ ਡਰਨਾ ਚਾਹੀਦਾ ਹੈ, ਕਿਸ ਕੰਮ ਦੇ ਕੋਲੋਂ ਨਹੀਂ ਡਰਨਾ ਚਾਹੀਦਾ। ਕਿਹੜਾ ਕੰਮ ਜਿਹੜਾ ਹੈ ਉਹ ਬਾਧਿਆ ਹੈ, ਬੰਨਣ ਵਾਲਾ ਹੈ, ਬੰਧਨ ਦੇ ਵਿੱਚ ਆਉਣ ਵਾਲਾ ਹੈ, ਔਰ ਕਿਹੜਾ ਜਿਹੜਾ ਮੁਕਤੀ ਦੇਣ ਵਾਲਾ ਹੈ। ਕਿ ਉਸ ਇਨਸਾਨ ਨੂੰ ਇਸ ਗੱਲ ਦਾ ਜਿਹੜਾ ਹੈ ਉਹ ਪੂਰਨ ਤੌਰ 'ਤੇ ਜਿਹੜਾ ਹੈ ਉਹ ਪਤਾ ਹੁੰਦਾ ਹੈ। ਹੁਣ ਜਿਸ ਕੰਮ ਦੇ ਨਾਲ ਜਿਹੜਾ ਹੈ ਉਸ ਨੂੰ ਉਹ ਦੂਸਰੇ ਜਨਮ ਦਾ ਭਾਗੀਦਾਰ ਹੋ ਜਾਏਗਾ। ਲੇਕਿਨ ਸਤੋਗੁਣੀ ਇਨਸਾਨ ਨੂੰ ਜਿਹੜਾ ਉਹ ਪਤਾ ਹੈ ਕਿ ਉਸ ਨੂੰ ਜੋ ਗੁਰੂ ਦੁਆਰਾ ਜਿਹੜਾ ਹੈ ਨਿਰਦੇਸ਼ ਦਿੱਤਾ ਗਿਆ ਹੈ, ਜਾਂ ਸ਼ਾਸਤਰਾਂ ਵਿੱਚ ਜਿਸ ਤਰ੍ਹਾਂ ਦਾ ਜਿਹੜਾ ਹੈ ਉਹ ਨਿਰਦੇਸ਼ ਦਿੱਤਾ ਗਿਆ ਹੈ, ਉਸ ਅਨੁਸਾਰ ਜਿਹੜਾ ਉਹ ਕਰਮ ਕਰਦਾ ਹੈ। ਸੋ ਉਹਨਾਂ ਕਰਮਾਂ ਨੂੰ ਜੋ ਕਰਦਾ ਹੈ, ਸੋ ਜਾਂ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਹਨ, ਇਹਨਾਂ ਨੂੰ ਪ੍ਰਵਿਰਤੀ ਕਹਿੰਦੇ ਹਨ। ਸੋ ਇਹਨਾਂ ਕਾਰਿਆਂ ਦਾ ਇਸ ਤਰ੍ਹਾਂ ਨਿਰਦੇਸ਼ ਜਿਹੜਾ ਉਹ ਨਹੀਂ ਹੁੰਦਾ, ਔਰ ਕੀਤੇ ਜਾਂਦੇ ਹਨ। ਸੋ ਉਹ ਜਿਹੜਾ ਇਨਸਾਨ ਹੈ ਜਿਸ ਵਿੱਚ ਸਤੋਗੁਣੀ ਜਿਹੜਾ ਹੈ ਗੁਣ ਜਿਹੜਾ ਵਿਦਮਾਨ ਹੁੰਦਾ ਹੈ, ਉਹਦੀ ਜਿਹੜੀ ਬੁੱਧੀ ਹੈ ਕਿ ਕਿਹੜੇ ਕੰਮ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਹਨ, ਕਿਹੜੇ ਕੰਮ ਜਿਹੜੇ ਉਹ ਨਹੀਂ ਕੀਤੇ ਜਾਣੇ ਚਾਹੀਦੇ ਹਨ।
ਸੋ ਉਹ ਬੁੱਧੀ ਅਨੁਸਾਰ ਜਿਹੜਾ ਉਹਦੀ ਬੁੱਧੀ ਅੰਦਰ ਜਿਹੜੀ ਵਿਦਿਆਮਾਨ ਹੈ, ਸੋ ਚੰਗੇ ਦੀ ਔਰ ਮੰਦੇ ਦੀ ਜਿਹੜਾ ਉਹ ਭੇਦ ਜਿਹੜਾ ਦੱਸਦੀ ਹੈ। ਤੇ ਜਿਹੜੀ ਬੁੱਧੀ ਸ਼ਾਸਤਰਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਉਹ ਨਹੀਂ ਕੰਮ ਕਰਦਾ, ਉਹ ਆਪਣੀ ਬੁੱਧੀ ਦੇ ਅਨੁਸਾਰ ਜਿਹੜਾ ਕੰਮ ਜਿਹੜਾ ਕਰਦਾ ਹੈ, ਉਹਦੇ ਵਿੱਚ ਸਾਤਵਿਕ ਗੁਣ ਜਿਹੜਾ ਹੈ ਉਹ ਵਿਦਿਆਮਾਨ ਜਿਹੜਾ ਹੈ ਉਹ ਨਹੀਂ ਹੁੰਦਾ। ਸੋ ਜਿਹੜਾ ਸਾਤਵਿਕ ਜਿਹੜਾ ਇਨਸਾਨ ਹੈ ਉਹ ਆਪਣੇ ਮਨ ਨੂੰ ਵਿਚਲਿਤ ਜਿਹੜਾ ਉਹ ਨਹੀਂ ਹੋਣ ਦਿੰਦਾ, ਉਹਨੂੰ ਖੰਡਿਤ ਜਿਹੜਾ ਉਹ ਨਹੀਂ ਹੋਣ ਦਿੰਦਾ। ਸੋ ਉਹਦਾ ਮਨ, ਪ੍ਰਾਣ, ਇੰਦਰੀਆਂ ਜਿਹੜੀਆਂ ਨੇ ਇਹ ਉਹਦੇ ਕਾਰਿਆਕਲਾਪ ਹਨ, ਉਹ ਉਹਨੂੰ ਜਿਹੜੀ ਬੁੱਧੀ ਹੈ ਉਸ ਨੂੰ ਮਨ, ਪ੍ਰਾਣ, ਇੰਦਰੀਆਂ ਦੁਆਰਾ ਜਿਹੜਾ ਹੈ ਉਹ ਵਸ ਜਿਹੜਾ ਰੱਖਦੀ ਹੈ। ਸੋ ਜਿਹੜਾ ਇਨਸਾਨ ਜਿਹੜਾ ਹੈ ਜਿਸ 'ਤੇ ਜਿਹਦਾ ਦਾ ਮੁੱਖ ਜਿਹੜਾ ਗੁਰੂ ਵੱਲ ਹੁੰਦਾ ਹੈ, ਜੋ ਸ਼ਾਸਤਰਾਂ ਦੇ ਅਨੁਸਾਰ ਜਿਹੜਾ ਚੱਲਦਾ ਹੈ, ਜੋ ਦਿੱਤੇ ਗਏ ਕੰਮ ਅਨੁਸਾਰ ਜਿਹੜਾ ਚੱਲਦਾ ਹੈ, ਗੁਰੂ ਦੁਆਰਾ ਦਿੱਤੇ ਗਏ ਕੰਮ ਅਨੁਸਾਰ ਜਿਹੜਾ ਚੱਲਦਾ ਹੈ, ਸੋ ਉਹ ਕਦੀ ਵੀ ਵਿਚਲਿਤ ਜਿਹੜਾ ਨਹੀਂ ਹੁੰਦਾ। ਸੋ ਇਨਸਾਨ ਕਈ ਵਾਰੀ ਤਤਪਰ ਹੋ ਜਾਂਦਾ। ਸੋ ਉਹ ਜਿਹੜਾ ਇਨਸਾਨ ਹੈ ਉਹ ਕਦੀ ਵੀ ਤਤਪਰ ਨਹੀਂ ਹੁੰਦਾ। ਜੇਕਰ ਉਸ ਨੂੰ ਦੂਸਰਾ ਇਨਸਾਨ ਜਿਹੜਾ ਹੈ ਉਸ ਨੂੰ ਦੁੱਖ ਦੇ ਰਿਹਾ ਹੈ ਤਾਂ ਕਦੀ ਵੀ ਵਿਚਲਿਤ ਜਿਹੜਾ ਹੈ ਉਹ ਬਿਲਕੁਲ ਵਿਚਲਿਤ ਨਹੀਂ ਹੁੰਦਾ। ਸੋ ਇਹ ਜਿਹੜੀ ਉਸਦੇ ਵਿੱਚ ਜਿਹੜੇ ਗੁਣ ਹਨ ਇਹ ਵਿਦਿਆਮਾਨ ਜਿਹੜੇ ਹੁੰਦੇ ਹਨ। ਸੋ ਉਹਦੇ ਵਿੱਚ ਇਨਸਾਨ ਦੇ ਵਿੱਚ ਕੋਈ ਵੀ ਜਿਹੜੀ ਹੈ ਉਹਦੇ 'ਚ ਭੈ ਨਹੀਂ ਹੁੰਦਾ, ਕੋਈ ਸ਼ੋਕ ਨਹੀਂ ਹੁੰਦਾ, ਕੋਈ ਵਿਸ਼ਾਦ ਨਹੀਂ ਹੁੰਦਾ। ਸੋ ਮੋਹ ਤੋਂ ਜਿਹੜੀ ਹੈ ਤਕਰੀਬਨ ਪਰੇ ਹੋ ਕੇ ਜਿਹੜੀ ਹੈ ਸਾਤਵਿਕ ਜਿਹੜੀ ਹੈ ਉਹ ਅਵਸਥਾ ਜਿਹੜੀ ਹੁੰਦੀ। ਸੋ ਇਹਦੇ ਵਿਸ਼ੇ ਦੇ ਅਨੁਸਾਰ ਹੀ ਜਿਹੜਾ ਹੈ ਇਨਸਾਨ ਜਿਹੜਾ ਇਸ ਧਰਤੀ 'ਤੇ ਰਹਿ ਕੇ ਜਿਹੜਾ ਹੈ ਉਹ ਦੁੱਖ ਸੁੱਖ ਜਿਹੜਾ ਭੋਗ, ਦੁੱਖ ਸੁੱਖ 'ਤੇ ਇਨਸਾਨ ਨੂੰ ਜਿਹੜੇ ਉਹ ਆਉਂਦੇ ਹਨ। ਹਰ ਜਿਹੜਾ ਇਨਸਾਨ ਹੈ ਉਹ ਦੁੱਖ ਸੁੱਖ ਤੋਂ ਪਰੇ ਨਹੀਂ ਹੋ ਸਕਦਾ। ਦੁੱਖ ਸੁੱਖ ਜਿਹੜੇ ਹਨ ਇਹ ਨਾਲ ਹੀ ਇਨਸਾਨ ਦੇ ਹਨ। ਸੋ ਜਿਹੜਾ ਜੀਵ ਹੈ ਉਹ ਆਪਣੇ ਗੁਣਾਂ ਦੇ ਕਰਕੇ ਹੈ ਦੁੱਖ ਨੂੰ ਜਿਹੜਾ ਮਹਿਸੂਸ ਕਰਦਾ ਹੈ, ਸੁੱਖ ਨੂੰ ਜਿਹੜਾ ਮਹਿਸੂਸ ਕਰਦਾ ਹੈ। ਸੋ ਜਿਹੜਾ ਹੈ ਸਾਤਵਿਕ ਜਿਹੜਾ ਇਨਸਾਨ ਹੈ ਜਿਹਦੇ ਵਿੱਚ ਇਹ ਸਾਤਵਿਕ ਜਿਹੜੀ ਚੀਜ਼ ਹੈ ਵਿਦਿਆਮਾਨ ਹੈ, ਉਹ ਦੁੱਖ ਸੁੱਖ ਨੂੰ ਸਮ ਕਰਕੇ ਜਾਣਦਾ। ਸੋ ਇਸ ਕਰਕੇ ਉਹਦੇ ਕਦੀ ਕਦੀ ਉਹਦੇ ਜਿਹੜੇ ਹਨ ਦੁੱਖ ਸੁੱਖ ਜਿਹੜੇ ਹਨ ਉਹ ਬਿਲਕੁਲ ਜਿਹੜੇ ਹਨ ਉਹਦਾ ਜਿਹੜਾ ਅੰਤ ਜਿਹੜਾ ਹੈ ਉਹ ਹੋ ਜਾਂਦਾ ਹੈ। ਸੋ ਸਾਤਵਿਕ ਜਿਹੜੀ ਅਵਸਥਾ ਹੈ ਉਹ ਬਹੁਤ ਚੰਗੀ ਜਾਣੀ ਗਈ ਹੈ। ਇਹ ਤਾਂ ਨਹੀਂ, ਇਨਸਾਨ ਵਿੱਚ ਤਿੰਨੇ ਗੁਣ ਜਿਹੜੇ ਵਿਦਿਆਮਾਨ ਹਨ, ਲੇਕਿਨ ਜਿਸ ਇਨਸਾਨ ਇਹ ਸਾਈਕਲ ਹੈ ਸਤੋਗੁਣ, ਰਜੋਗੁਣ, ਤਮੋਗੁਣ। ਲੇਕਿਨ ਕਈਆਂ ਇਨਸਾਨਾਂ ਵਿੱਚ ਸਤੋਗੁਣ ਦੀ ਜਿਹੜੀ ਮਾਤਰਾ ਵੱਧ ਜਾਂਦੀ ਹੈ, ਰਜੋਗੁਣ ਦੀ ਜਿਹੜੀ ਘਟ ਜਾਂਦੀ ਹੈ, ਤਮੋਗੁਣ ਦੀ ਜਿਹੜੀ ਹੈ ਇਹ ਘਟ ਜਿਹੜੀ ਜਾਂਦੀ ਹੈ। ਸੋ ਇਹ ਜਿਹੜੀਆਂ ਗੁਣ ਜਿਹੜੇ ਹਨ, ਗੁਣਾਂ ਅਨੁਸਾਰ ਜਿਹੜਾ ਵਿਅਕਤੀ ਹੈ ਉਹ ਸ੍ਰਿਸ਼ਟੀ 'ਤੇ ਜਿਹੜਾ ਹੈ ਉਹ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਜਿਹੜਾ ਹੈ ਉਹ ਰਹਿੰਦਾ ਹੈ। ਸੋ ਇਹ ਜਿਹੜਾ ਗੁਣ ਜਿਹੜਾ ਹੈ ਪਹਿਲਾ ਗੁਣ ਹੈ ਉਹ ਇਸ ਵਿੱਚ ਮਨੁੱਖ ਦੇ ਵਿੱਚ ਸ਼ਾਂਤੀ ਜਿਹੜੀ ਹੈ ਵਿਦਿਆਮਾਨ ਹੁੰਦੀ ਹੈ, ਉਹਦੇ ਵਿੱਚ ਦਇਆ ਵਿਦਿਆਮਾਨ ਹੁੰਦੀ ਹੈ, ਦਾਨ ਹੈ, ਖਿਮਾ ਮਾਫ ਕਰਨ ਦੀ ਜਿਹੜੀ ਹੈ ਸ਼ਕਤੀ ਹੈ ਉਹਦੇ ਵਿੱਚ ਹੁੰਦੀ ਹੈ, ਪ੍ਰਸੰਨਤਾ ਜਿਹੜੀ ਹੈ ਉਹਦੇ ਵਿੱਚ ਜਿਹੜੀ ਹੈ ਉਹ ਹੁੰਦੀ ਹੈ। ਸੋ ਇਹ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਤਿੰਨਾਂ ਗੁਣਾਂ ਦੇ ਆਧਾਰ 'ਤੇ ਹੋਈ ਹੈ। ਸੋ ਪ੍ਰਾਣੀਆਂ ਵਿੱਚ ਵੀ ਜਿਹੜੇ ਤਿੰਨ ਗੁਣ ਜਿਹੜੇ ਹਨ ਉਹ ਬਿਰਾਜਮਾਨ ਹੁੰਦੇ ਹਨ। ਸੋ ਕੋਈ ਨਾ ਕੋਈ ਗੁਣ ਜਿਹੜਾ ਅਧਿਕ ਜਿਹੜਾ ਹੈ ਉਹ ਬਿਰਾਜਮਾਨ ਹੁੰਦਾ ਹੈ। ਸੋ ਉਸੇ ਦੇ ਆਧਾਰ 'ਤੇ ਇਨਸਾਨ ਦਾ ਜਿਹੜਾ ਚਿੱਤਰ ਦਾ ਜਿਹੜਾ ਹੈ ਉਹ ਨਿਰਮਾਣ ਜਿਹੜਾ ਹੁੰਦਾ। ਸੋ ਪ੍ਰਧਾਨ ਗੁਣ ਜਿਸ ਵਿੱਚ ਇਨਸਾਨ ਵਿੱਚ ਇਹ ਤਿੰਨਾਂ ਗੁਣਾਂ 'ਚੋਂ ਮੰਨ ਲਓ ਕਿ ਸਤੋ ਗੁਣ ਜਿਹੜਾ ਜ਼ਿਆਦਾ ਪ੍ਰਧਾਨ ਹੈ, ਸੋ ਉਹਦੇ ਵਿੱਚ ਇਹ ਜਿਹੜੀਆਂ ਹਨ ਇਹ ਗੁਣ ਹਨ ਕਿ ਉਹ ਸ਼ਾਂਤੀ, ਜਿਸ ਕੰਮ ਨੂੰ ਵੀ ਕਰੇਗਾ ਉਹ ਸ਼ਾਂਤੀ ਦੇ ਨਾਲ ਕਰੇਗਾ, ਸ਼ਾਂਤੀ ਦੇ ਨਾਲ ਸੋਚੇਗਾ, ਉਹ ਦਇਆ ਕਰੇਗਾ, ਉਹ ਦਾਨ ਕਰੇਗਾ, ਉਹ ਖਿਮਾ ਕਰੇਗਾ, ਉਹਦੇ ਵਿੱਚ ਜਿਹੜੀ ਹੈ
ਪ੍ਰਸੰਨਤਾ ਜਿਹੜੀ ਹੈ ਉਹ ਹੋਏਗੀ। ਸੋ ਸਤੋਗੁਣੀ ਇਨਸਾਨ ਜਿਹੜਾ ਹੈ ਬਿਲਕੁਲ ਸਿੱਧਾ ਸਾਦਾ ਸੱਚਾ ਨਾ ਝੂਠ ਜਿਹੜਾ ਬੋਲਣ ਵਾਲਾ ਹੈ, ਉਸ ਦੇ ਵਿੱਚ ਜਿਹੜੀ ਹੈ ਪ੍ਰਵਿਰਤੀ ਜਿਹੜੀ ਹੈ ਉਹ ਹੋਏਗੀ। ਸੋ ਇਹ ਜਿਹੜੇ ਹਨ, ਜਿਹੜੇ ਭੌਤਿਕ ਜਿਹੜੇ ਰੂਪ ਹਨ, ਇਹ ਪ੍ਰਕਿਰਤੀ ਦੇ ਨਿਯਮਾਂ ਅਨੁਸਾਰ ਜਿਹੜਾ ਹੈ ਇਹ ਇਨਸਾਨ ਵਿੱਚ ਜਿਹੜੇ ਉਹ ਵਿਦਮਾਨ ਹੁੰਦੇ ਹਨ। ਸੋ ਇਹਨਾਂ ਗੁਣਾਂ ਦੇ ਕਰਕੇ ਹੀ ਜਿਹੜਾ ਹੈ ਇਨਸਾਨ ਵਿੱਚ ਜਿਹੜਾ ਕਈ ਵਾਰੀ ਦੇਖੋ ਇਨਸਾਨ ਵਿੱਚ ਦਇਆ ਕਰਨ ਦੀ ਜਿਹੜੀ ਭਾਵਨਾ ਜਿਹੜੀ ਆ ਉਹ ਆ ਜਾਂਦੀ ਹੈ, ਲੇਕਿਨ ਜਿਹੜਾ ਹੈ ਉਹ ਤਾਮਸੀ ਜਿਹੜਾ ਇਨਸਾਨ ਹੈ ਉਹ ਦਇਆ ਜਿਹੜਾ ਉਹ ਨਹੀਂ ਕਰ ਸਕਦਾ, ਉਹ ਦਾਨ ਜਿਹੜਾ ਹੈ ਉਹ ਨਹੀਂ ਕਰ ਸਕਦਾ, ਕਿਉਂਕਿ ਉਹਦੇ ਵਿੱਚ ਗਿਆਨ ਦੀ ਜਿਹੜੀ ਅਵਸਥਾ ਹੈ ਉਹ ਬਹੁਤ ਜਿਹੜੀ ਉਹ ਘੱਟ ਹੋਏਗੀ। ਕਿਉਂਕਿ ਜਿਹੜਾ ਸਤੋਗੁਣੀ ਜਿਹੜਾ ਇਨਸਾਨ ਹੈ ਉਹਦੇ ਵਿੱਚ ਜਿਹੜੇ ਹੈ ਉਹ ਦਇਆ ਖਿਮਾ ਭਾਵਨਾ ਜਿਹੜੀ ਹੈ ਵਿਦਮਾਨ ਜਿਹੜੀ ਹੁੰਦੀ ਹੈ। ਸੋ ਉਹ ਇਨਸਾਨ ਵਿੱਚ ਸੱਤ ਨੂੰ ਜਾਣਨ ਦੀ ਜਿਹੜੀ ਹੈ ਉਹ ਪ੍ਰਵਿਰਤੀ ਜਿਹੜੀ ਹੈ ਉਹ ਹੁੰਦੀ ਹੈ। ਸੋ ਇਹ ਜਿਹੜਾ ਸਤੋਗੁਣੀ ਜਿਹੜਾ ਇਨਸਾਨ ਹੈ ਇਹ ਹਮੇਸ਼ਾ ਚੰਗੇ ਕੰਮ ਕਰਨ ਦੇ ਲਈ ਜਿਹੜਾ ਹੈ ਜਾਣਿਆ ਜਾਂਦਾ ਹੈ। ਦੁੱਖ ਸੁੱਖ ਨੂੰ ਜਿਹੜਾ ਹੈ ਉਹ ਸਮਾਨ ਕਰਕੇ ਜਿਹੜਾ ਹੈ ਉਹ ਜਾਣਦਾ ਹੈ ਜੀ। ਅਸੀਂ ਸਾਰੇ ਜਿਹੜੇ ਹਨ ਉਹ ਬੰਧਨ ਦੇ ਵਿੱਚ ਹਾਂ। ਇਸ ਧਰਤੀ ਦੇ ਉੱਪਰ ਜੋ ਪ੍ਰਮਾਤਮਾ ਨੇ ਸਾਨੂੰ ਜੋ ਭੇਜਿਆ ਹੈ, ਅਸੀਂ ਮਾਇਆ ਦੇ ਬੰਧਨਾਂ ਦੇ ਵਿੱਚ ਜਿਹੜਾ ਹੈ ਉਹ ਬੰਨੇ ਪਏ ਹਾਂ। ਲੇਕਿਨ ਜੋ ਸਾਤਵਿਕ ਜਿਹੜਾ ਮਨੁੱਖ ਹੁੰਦਾ ਹੈ, ਜਿਸ ਸਤੋਗੁਣ ਜਿਹੜੇ ਉਹ ਵਿਦਮਾਨ ਜਿਹੜੇ ਹੁੰਦੇ ਹਨ, ਉਹ ਜਿਹੜਾ ਹੈ ਉਹ ਸਤ ਸੰਗਤ ਨੂੰ ਜਾਂ ਕਿਸੇ ਮਹਾਂਪੁਰਸ਼ ਦੀ ਜਿਹੜੀ ਹੈ ਸੰਗਤ ਆ ਉਸ ਨੂੰ ਜ਼ਰੂਰ ਜਿਹੜਾ ਉਹ ਲੱਭ ਲੈਂਦਾ ਹੈ, ਕਿਉਂਕਿ ਉਸ ਦੇ ਅੰਦਰ ਜੋ ਮਿੱਤਰ ਜਿਹੜਾ ਭਗਵਾਨ ਜੋ ਬੈਠਾ ਹੈ ਉਸ ਨੂੰ ਉਹ ਚੇਤਨਾ ਜਿਹੜੀ ਉਹ ਦੇ ਰਿਹਾ ਹੈ ਕਿ ਜਿਹੜੇ ਸੁੱਖ ਦੁੱਖ ਜਿਹੜੇ ਹਨ ਇਹਨੂੰ ਸਮ ਕਰ ਜਿਹੜਾ ਹੈ ਜਾਣਨਾ, ਸਮਾਨ ਕਰ ਜਿਹੜਾ ਹੈ ਉਹ ਜਾਣਨਾ ਹੈ। ਸੋ ਉਹ ਇੰਦਰੀਆਂ ਦੀ ਤ੍ਰਿਪਤੀ ਜਿਹੜੀ ਹੈ ਉਹਦੇ ਤੋਂ ਜਿਹੜਾ ਹੈ ਉਹ ਮੁਕਤ ਜਿਹੜਾ ਹੈ ਉਹ ਹੋਣਾ ਚਾਹੁੰਦਾ ਹੈ। ਸੋ ਇਹੋ ਜਿਹੇ ਇਨਸਾਨ ਜਿਹੜੇ ਵਿਚਲਿਤ ਨਹੀਂ ਹੁੰਦੇ। ਕਈ ਵਾਰੀ ਤੁਸੀਂ ਦੇਖਦੇ ਹੋ ਕਿ ਬੱਚਾ ਜਿਹੜਾ ਹੈ ਉਹ ਪ੍ਰੀਖਿਆ ਦੇ ਵਿੱਚ ਉਹ ਸਫਲ ਜਿਹੜਾ ਹੋ ਜਾਂਦਾ, ਪ੍ਰੀਖਿਆ ਦੇ ਵਿੱਚ ਉਹ ਸਫਲ ਹੋ ਜਾਂਦਾ, ਲੇਕਿਨ ਜਿਹਦੇ ਵਿੱਚ ਇਹ ਸਤੋਗੁਣ ਜਿਹੜੇ ਵਿਦਮਾਨ ਨਹੀਂ ਹੁੰਦੇ ਜਾਂ ਰਜੋਗੁਣ ਜਿਹੜੇ ਹੁੰਦੇ ਹਨ ਬਹੁਤ ਉਹ ਕਾਲਾ ਪੈ ਜਾਂਦਾ ਹੈ। ਤਮੋਗੁਣ ਵਾਲੇ ਜਿਹੜੇ ਇਨਸਾਨ ਹਨ ਜਾਨ ਉਹ ਜਿਹੜੇ ਹਨ ਆਪਣੇ ਆਪ ਨੂੰ ਨੁਕਸਾਨ ਜਿਹੜਾ ਪਹੁੰਚਾਉਣ ਦੀ ਚੇਸਟਾ ਜਿਹੜੇ ਉਹ ਆ ਜਾਂਦੇ ਹਨ। ਲੇਕਿਨ ਸਤੋਗੁਣੀ ਜਿਹੜਾ ਇਨਸਾਨ ਹੈ ਉਹ ਇਸ ਜਿਹੜੀ ਅਸਫਲਤਾ ਹੈ ਜਿਹੜੀ ਹੈ ਇਸ ਦੇ ਵਿੱਚੋਂ ਵੀ ਜਿਹੜਾ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਉਹ ਮਿਲਦਾ ਹੈ, ਉਸ ਦੇ ਵਿੱਚੋਂ ਸਿੱਖਦਾ ਹੈ। ਇਨਸਾਨ ਜਿਹੜਾ ਹੈ ਇਸ ਧਰਤੀ 'ਤੇ ਜਿਹੜਾ ਆਇਆ ਉਹ ਮਾਇਆ ਦੇ ਗੁਣਾਂ ਤੋਂ ਜਿਹੜਾ ਉਹ ਪਰੇ ਨਹੀਂ ਹੋ ਸਕਦਾ, ਲੇਕਿਨ ਸਤੋਗੁਣੀ ਜੋ ਇਨਸਾਨ ਹੈ ਉਹਦੇ ਵਿੱਚ ਇਹ ਘਾਤਕ ਜਿਹੜੀਆਂ ਪ੍ਰਵਿਰਤੀਆਂ ਹਨ ਕਿ ਕੋਈ ਚੀਜ਼ ਤੋਂ ਸਫਲ ਹੋ ਗਿਆ, ਪ੍ਰੀਖਿਆ ਦੇ ਵਿੱਚੋਂ ਅਸਫਲ ਹੋ ਗਿਆ ਕਿ ਆਪਣੇ ਆਪ ਨੂੰ ਜਿਹੜਾ ਹੈ ਉਹ ਖਤਮ ਕਰ ਲੈਣਾ ਨਹੀਂ। ਉਹਦਾ ਇਨਸਾਨ ਜਿਹੜਾ ਹੈ ਉਹ ਮਨ ਦੀ ਸ਼ਾਂਤੀ ਦੇ ਲਈ ਉਹ ਸਤਸੰਗਤ ਦੀ ਜਿਹੜੀ ਹੈ ਉਹਦੀ ਸ਼ਰਨ ਲੈਂਦਾ ਹੈ, ਸਾਧੂ ਦੀ ਸੰਤ ਦੀ ਜਿਹੜੀ ਹੈ ਉਹਦੀ ਜਿਹੜੀ ਹੈ ਉਹ ਸ਼ਰਨ ਜਿਹੜੀ ਲੈਂਦਾ। ਸੋ ਇਹ ਜਿਹੜਾ ਹੈ ਸਾਤਵਿਕ ਸੁੱਖ ਤਾਂ ਹੀ ਮਿਲਦਾ ਹੈ, ਸੁੱਖ ਦੁੱਖ ਜਿਹੜੇ ਹਨ ਇਨਸਾਨ ਨੂੰ ਜਿਹੜੇ ਹਨ ਉਹ ਆਉਂਦੇ ਰਹਿਣੇ ਹਨ, ਲੇਕਿਨ ਇਹੋ ਜਿਹਾ ਜਿਹੜਾ ਇਨਸਾਨ ਹੈ ਉਹ ਆਪਣੇ ਆਪ ਨੂੰ ਜਾਣਨਾ ਚਾਹੁੰਦਾ, ਆਤਮ ਸਾਖਸ਼ਾਤਕਾਰ ਜਿਹੜਾ ਹੈ ਉਹਨੂੰ ਜਗਾਉਂਦਾ ਹੈ। ਲੇਕਿਨ ਜਿਹੜੇ ਹਨ ਇਹ ਜੋ ਅਸੀਂ ਕਰਮ ਕਰਦੇ ਹਾਂ ਉਹ ਕਰਮ ਜਿਹੜੇ ਹਨ ਜੇਕਰ ਅਸੀਂ ਚੰਗੇ ਕਰਮ ਕਰਦੇ ਹਾਂ ਤਾਂ ਸਾਨੂੰ ਜਿਹੜਾ ਉਸਦਾ ਚੰਗਾ ਜਿਹੜਾ ਉਹ ਫਲ ਮਿਲਦਾ ਹੈ। ਸੋ ਸਾਤਵਿਕ ਜਿਹੜਾ ਮਨੁੱਖ ਹੈ ਉਹ ਜਿਹੜਾ ਉਹਦੇ ਵਿੱਚ ਜਿਹੜੀਆਂ ਅਵਸਥਾਵਾਂ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚੋਂ ਉਹ
ਉਸ ਨੂੰ ਸਮ ਕਰਨ ਦੀ ਜਿਹੜੀ ਕੋਸ਼ਿਸ਼ ਕਰਦਾ ਹੈ, ਬਰਾਬਰ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਦਾ। ਸੋ ਉਹ ਜੋ ਸਾਧਨ ਜਿਹੜੇ ਅਪਣਾਉਂਦਾ ਹੈ, ਗੁਰੂ ਦੀ ਸ਼ਰਨ ਦੇ ਵਿੱਚ ਜਾਂਦਾ ਹੈ, ਸਤ ਸੰਗਤ ਦੇ ਵਿੱਚ ਜਾਂਦਾ ਹੈ, ਸੋ ਉਹ ਮਨ ਇੰਦਰੀਆਂ ਨੂੰ ਵਸ ਕਰਨ ਦੀ ਜਿਹੜੀ ਹੈ ਦਾ ਯਤਨ ਕਰਦਾ। ਆਤਮਕ ਕੇਂਦਰਿਤ ਜਿਹੜਾ ਹੈ ਉਹ ਹੋਣ ਦੇ ਲਈ ਕਈ ਪ੍ਰਕਾਰ ਦੇ ਜਿਹੜੇ ਵਿਧੀ ਵਿਧਾਨ ਹੈ ਉਹਦਾ ਜਿਹੜਾ ਹੈ ਉਹ ਪਾਲਣਾ ਕਰਦਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਸਨ, ਉਹਨਾਂ ਕੋਲ ਇੱਕ ਇਨਸਾਨ ਆਇਆ, ਉਸਨੇ ਮਹਾਤਮਾ ਬੁੱਧ ਨੂੰ ਕਾਫੀ ਬੁਰਾ ਭਲਾ ਕਿਹਾ, ਲੇਕਿਨ ਮਹਾਤਮਾ ਬੁੱਧ ਬੜੀ ਹੀ ਸ਼ਾਂਤ ਅਵਸਥਾ ਦੇ ਵਿੱਚ ਜਿਹੜੇ ਸਨ ਉਹ ਰਹੇ ਸਨ। ਤਾਂ ਉਸ ਇਨਸਾਨ ਨੇ ਦੇਖਿਆ ਕਿ ਮਹਾਤਮਾ ਜੀ ਜਿਹੜੇ ਬਿਲਕੁਲ ਸ਼ਾਂਤ ਅਵਸਥਾ ਦੇ ਵਿੱਚ ਜਿਹੜੇ ਹਨ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮਹਾਤਮਾ ਜੀ ਤੁਸੀਂ ਮੇਰੇ ਇਹਨੇ ਬੋਲਣ ਦੇ ਵਿਚਲਿਤ ਕਿਉਂ ਨਹੀਂ ਹੋਏ? ਤਾਂ ਮਹਾਤਮਾ ਜੀ ਨੇ ਕਿਹਾ ਕਿ ਹੇ ਇਨਸਾਨ, ਹੇ ਮਨੁੱਖ, ਮੈਂ ਤੇਰੀਆਂ ਜਿਹੜੀਆਂ ਜੋ ਬੁਰੇ ਵਚਨ ਹਨ ਇਹ ਮੈਂ ਤੇਰੇ ਸੁਣੇ ਹੀ ਨਹੀਂ ਹਨ। ਜਿਸ ਤਰ੍ਹਾਂ ਕਿਸੇ ਇਨਸਾਨ ਨੂੰ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਇਨਸਾਨ ਜਿਹੜਾ ਹੈ ਉਸ ਚੀਜ਼ ਨੂੰ ਲਏ ਹੀ ਨਾ, ਤਾਂ ਉਹ ਵਸਤੂ ਕਿਸ ਦੀ ਹੋਏਗੀ? ਤਾਂ ਵਸਤੂ ਜਿਹੜੀ ਹੈ ਉਹ ਉਸ ਜਿਹੜਾ ਇਨਸਾਨ ਦੇਣ ਵਾਲਾ ਹੈ ਉਸ ਦੀ ਜਿਹੜੀ ਹੈ ਉਹ ਹੋਏਗੀ। ਸੋ ਇਸੇ ਤਰ੍ਹਾਂ ਹੀ ਜੇ ਕੋਈ ਇਨਸਾਨ ਕੋਈ ਬੁਰਾ ਬੋਲਦਾ ਹੈ ਤਾਂ ਜਿਹੜਾ ਹੈ ਸਾਤਵਿਕ ਜਿਹੜਾ ਮਨੁੱਖ ਹੈ ਉਸ ਨੂੰ ਬਿਲਕੁਲ ਗ੍ਰਹਿਣ ਨਹੀਂ ਕਰੇਗਾ। ਤਾਂ ਜਿਹੜੀਆਂ ਜੋ ਕੋਈ ਬੁਰਾ ਕੰਮ ਕਰਦਾ ਹੈ ਜਾਂ ਗਾਲੀਆਂ ਦਿੰਦਾ ਹੈ ਤਾਂ ਉਹ ਦੇਣ ਵਾਲੇ ਇਨਸਾਨ ਦੀਆਂ ਜਿਹੜੀਆਂ ਉਹ ਹੋਣਗੀਆਂ। ਸੋ ਇਹ ਇਨਸਾਨ ਜਿਹੜਾ ਹੈ ਸਾਤਵਿਕ ਜਿਹੜਾ ਇਨਸਾਨ ਹੈ ਉਹ ਸਵਪਨ ਨੂੰ ਵੀ ਸੁੱਖ ਦੁੱਖ ਮੰਨਦਾ ਹੈ, ਭੈ ਦੇ ਵਿੱਚ ਨਹੀਂ ਆਉਂਦਾ, ਉਹਨੂੰ ਕੋਈ ਸ਼ੋਕ ਨਹੀਂ ਹੁੰਦਾ, ਕੋਈ ਉਹਨੂੰ ਵਿਸ਼ਾਦ ਨਹੀਂ ਹੁੰਦਾ, ਮੋਹ ਤੋਂ ਇਨਸਾਨ ਜਿਹੜਾ ਹੈ। ਪਰ ਜੇਕਰ ਉਸ ਨੂੰ ਜਿਹੜੀ ਹੈ ਉਹ ਅਮੀਰੀ ਆ ਗਈ ਹੈ ਤਾਂ ਵੀ ਉਹ ਸੱਤ ਕਰਕੇ ਜਿਹੜਾ ਉਸ ਨੂੰ ਮੰਨਦਾ ਹੈ। ਜੇਕਰ ਕੋਈ ਜਿਹੜੀ ਹੈ ਉਹ ਗਰੀਬੀ ਜਿਹੜੀ ਆ ਗਈ ਹੈ ਤਾਂ ਉਸ ਨੂੰ ਜਿਹੜਾ ਹੈ ਉਹ ਪ੍ਰਭੂ ਦਾ ਭਾਣਾ ਜਿਹੜਾ ਹੈ, ਇਸ ਸ੍ਰਿਸ਼ਟੀ ਦਾ ਜਿਹੜਾ ਹੈ ਜਿਹੜਾ ਭਾਣਾ ਮੰਨ ਕੇ ਜਿਹੜਾ ਹੈ ਉਸ ਨੂੰ ਜਿਹੜਾ ਹੈ ਉਹ ਅਪਣਾਉਂਦਾ ਹੈ। ਸੋ ਇਹ ਦੁੱਖ ਸੁੱਖ ਤੇ ਜਿਹੜੇ ਹਨ, ਜਿਹੜੇ ਇਨਸਾਨ ਨੂੰ ਪੰਜ ਬੋਤਕ ਜਿਹੜੇ ਲੱਗ ਗਏ ਹਨ, ਦੁੱਖ ਸੁੱਖ ਤੇ ਜੇ ਬਿਲਕੁਲ ਇਨਸਾਨ ਨੂੰ ਆਉਣਗੇ ਉਸ ਨੂੰ ਕਾਰਜ ਵੀ ਕਰਨਾ ਪਏਗਾ। ਕਈ ਵਾਰ ਇਨਸਾਨ ਨੂੰ ਸਫਲਤਾ ਮਿਲੇਗੀ, ਕਈ ਵਾਰ ਇਨਸਾਨ ਨੂੰ ਜਿਹੜੀ ਹੈ ਉਹ ਸਫਲਤਾ ਮਿਲੇਗੀ, ਲੇਕਿਨ ਸਾਤਵਿਕ ਜਿਹੜਾ ਮਨੁੱਖ ਹੈ ਉਹ ਵਿਚਲਿਤ ਜਿਹੜਾ ਹੈ ਉਹ ਬਿਲਕੁਲ ਨਹੀਂ ਹੋਏਗਾ। ਸਿੱਧਾ ਸਾਦਾ ਬਿਨਾਂ ਵਲ ਫਰੇਬ ਤੋਂ ਜਿਹੜਾ ਇਨਸਾਨ ਜਿਹੜਾ ਹੈ ਉਹ ਹੋਏਗਾ। ਲੇਕਿਨ ਜੇਕਰ ਦੂਸਰੇ ਇਨਸਾਨ ਜਿਹੜੇ ਹਨ ਉਹਨਾਂ ਵਿੱਚ ਰਜੋਗੁਣ ਜਾਂ ਤਮੋਗੁਣ ਜਿਹੜਾ ਵਿਦਮਾਨ ਹੋਏਗਾ, ਉਹ ਸਿੱਧੇ ਸਾਦੇ ਬਿਲਕੁਲ ਜਿਹੜੇ ਹੈ ਉਹ ਨਹੀਂ ਹੋਣਗੇ, ਉਹ ਝੂਠ ਬੋਲਣ ਵਾਲੇ ਹੋਣਗੇ। ਉਹਨਾਂ ਵਿੱਚ ਭੌਤਿਕ ਜਿਹੜੀਆਂ ਪ੍ਰਵਿਰਤੀਆਂ ਹਨ ਉਹ ਜ਼ਿਆਦਾ ਜਿਹੜੀਆਂ ਹਨ ਵਿਦਮਾਨ ਹਨ। ਸੋ ਇਹ ਮਾਇਆ ਹੈ ਜੋ ਆਪਾਂ ਦੇਖਦੇ ਹਾਂ, ਜੋ ਵੀ ਚੀਜ਼ ਆਪਾਂ ਦੇਖ ਰਹੇ ਹਾਂ ਇਹ ਸਾਰੀ ਮਾਇਆ ਹੈ। ਇਹ ਮਾਇਆ ਪ੍ਰਭੂ ਨੇ ਜਿਹੜੀ ਹੈ ਇਸ ਧਰਤੀ ਦੇ ਬਣਾਉਣ ਦੇ ਨਾਲ ਹੀ ਜਿਹੜੀ ਮਾਇਆ ਜਿਹੜੀ ਹੈ ਇਹ ਜਿਹੜੀ ਵਿਦਮਾਨ ਜਿਹੜੀ ਕਰ ਦਿੱਤੀ ਹੈ। ਸੋ ਜੇਕਰ ਸਾਰੇ ਇਨਸਾਨ ਜਿਹੜੇ ਹਨ ਉਹ ਰਜੋਗੁਣੀ ਹੋ ਜਾਣਗੇ, ਤਮੋਗੁਣੀ ਹੋ ਜਾਣਗੇ ਤਾਂ ਇਸ ਧਰਤੀ ਦੇ ਉੱਪਰ ਸ਼ਾਂਤੀ ਬਿਲਕੁਲ ਨਹੀਂ ਹੋਏਗੀ। ਸੋ ਜਿਹੜੀ ਇਹ ਸ਼ਾਂਤੀ ਹੈ ਉਹ ਬਹੁਤ ਜ਼ਰੂਰੀ ਹੈ ਚੰਗੇ ਕੰਮਾਂ ਦੇ ਲਈ, ਦਾਨ ਦੇ ਲਈ, ਦਾਨ ਦੇਣ ਦੇ ਲਈ ਵੀ ਜਿਹੜੇ ਇਨਸਾਨ ਦੇ ਅੰਦਰ ਜਿਹੜੀ ਹੈ ਉਹ ਪ੍ਰਵਿਰਤੀ ਜਿਹੜੀ ਚਾਹੀਦੀ ਹੈ। ਲੇਕਿਨ ਜਿਹੜਾ ਹੈ ਇਨਸਾਨ ਤਮੋਗੁਣੀ ਹੈ, ਰਜੋਗੁਣੀ ਹੈ, ਉਹਦੇ ਵਿੱਚ ਦਾਨ ਦੇਣ ਦੀ ਇੰਨੀ ਕੁ ਜ਼ਿਆਦਾ ਉਹਦੀ ਸਲਾਹੀਅਤ ਜਿਹੜੀ ਹੈ ਬਿਲਕੁਲ ਨਹੀਂ ਹੁੰਦੀ। ਸੋ ਦਇਆ ਜਿਹੜੀ ਕਰਨਾ ਹੈ, ਜੀਵ 'ਤੇ ਦਇਆ ਕਰਨੀ ਹੈ, ਜਿਹੜੀ ਹੈ ਵਿਧਵਾਵਾਂ ਹਨ ਇਹਨਾਂ 'ਤੇ ਜਿਹੜੀ ਦਇਆ ਕਰਨੀ ਹੈ, ਅਨਾਥ ਬੱਚੇ ਹਨ ਜਿਨ੍ਹਾਂ 'ਤੇ ਜਿਹੜੀ ਹੈ ਉਹ ਦਇਆ ਕਰਨੀ ਹੈ, ਜਾਂ ਉਹਨਾਂ ਨੂੰ ਜਾਂ ਕੋਈ ਇਨਸਾਨ ਜਿਹੜਾ ਹੈ ਮਾफ़ ਕਰਨਾ ਕਿ ਹੈ ਇਹ ਪ੍ਰਭੂ ਮੇਰੀ 'ਚ ਪ੍ਰਵਿਰਤੀ ਦੇ ਕਿ ਮੈਂ ਦੂਸਰਿਆਂ ਦੇ ਜਿਹੜੇ ਗੁਨਾਹ ਹਨ ਉਹਨਾਂ ਨੂੰ ਜਿਹੜਾ ਹੈ ਮਾफ़ ਕਰ ਸਕਾਂ। ਸੋ ਇਹਨਾਂ ਜਿਹੜੇ ਕਾਰਜ ਹਨ, ਸ਼ਾਂਤੀ ਦੇ ਜਿਹੜੇ ਕਾਰਜ ਹਨ, ਦਇਆ ਦੇ ਕਾਰਜ ਹਨ, ਦਾਨ ਦੇ ਕਾਰਜ ਹਨ, ਖਿਮਾ ਯਾਚਨਾ ਹੈ, ਖਿਮਾ ਕਰਨੀ ਹੈ। ਸੋ ਇਹਦੇ ਵਿੱਚੋਂ ਹੀ ਜਿਹੜਾ ਹੈ ਉਹ ਪਰਮ ਆਨੰਦ ਜਿਹੜਾ ਹੈ ਉਹ ਆਏਗਾ, ਪ੍ਰਸੰਨਤਾ ਜਿਹੜੀ ਹੈ
ਉਹ ਵਿਦਮਾਨ ਜਿਹੜੀ ਹੈ ਉਹ ਆਏਗੀ। ਸੋ ਇਹ ਗੁਣ ਤੇ ਜਿਹੜੇ ਪਰਮਾਤਮਾ ਨੇ ਜਿਹੜੇ ਦਿੱਤੇ ਹਨ, ਜਨਮ ਦੇ ਨਾਲ ਜਿਹੜੇ ਪੈਦਾ ਜਿਹੜੇ ਹੁੰਦੇ ਹਨ। ਸੋ ਇਹ ਰਜ ਗੁਣ, ਤਮ ਗੁਣ, ਸਤ ਗੁਣ ਜਿਹੜੇ ਹਨ, ਇਹ ਸਭ ਜਿਹੜੀ ਹਨ ਪ੍ਰਭੂ ਦੀ ਜਿਹੜੀ ਹੈ ਉਹ ਮਾਇਆ ਹੈ। ਇਸ ਦੇ ਅਧੀਨ ਹੀ ਜਿਹੜਾ ਇਨਸਾਨ ਜਿਹੜਾ ਹੈ ਮਨੁੱਖ ਧਰਤੀ 'ਤੇ ਜਿਹੜਾ ਪੈਦਾ ਹੋਇਆ ਹੈ, ਉਹਦੇ ਇਨਸਾਨ ਜਿਹੜਾ ਹੈ ਉਹ ਕੰਮ ਜਿਹੜਾ ਕਰਦਾ ਹੈ। ਲੇਕਿਨ ਇਹ ਤਿੰਨਾਂ ਦੇ ਵਿੱਚੋਂ ਜਿਹੜਾ ਹੈ ਉਹ ਸਤੋਗੁਣ ਜਿਹੜਾ ਹੈ ਉਹ ਬਹੁਤ ਵਧੀਆ ਹੈ। ਸਤੋਗੁਣ ਦੇ ਇਨਸਾਨ ਦੇ ਨਾਲ ਹੀ ਇਨਸਾਨ ਨੂੰ ਜਿਹੜੀ ਹੈ ਉਹ ਸ਼ਾਂਤੀ ਜਿਹੜੀ ਹੈ, ਜਿਸ ਨਾਲ ਇਨਸਾਨ ਦੇ ਮਨ ਦੇ ਵਿੱਚ ਸੰਤੁਲਨ ਜਿਹੜਾ ਹੈ ਉਹ ਜਿਹੜਾ ਉਹ ਪੈਦਾ ਜਿਹੜਾ ਹੈ ਹੁੰਦਾ ਹੈ। ਸੋ ਜਿਸ ਇਨਸਾਨ ਦੇ ਵਿੱਚ ਇਹ ਨਹੀਂ ਕਿ ਜਾਗਣ ਦੇ ਸਮੇਂ ਜਿਹੜੀਆਂ ਵਿਦਮਾਨ ਜੋ ਹੁੰਦੀਆਂ ਹਨ, ਜਿਹੜੀਆਂ ਅਵਸਥਾਵਾਂ ਹੈ, ਸੋ ਇਹ ਜਿਹੜਾ ਸਤੋਗੁਣੀ ਜਿਹੜਾ ਇਨਸਾਨ ਹੈ ਉਸ ਨੂੰ ਸੁਪਨੇ ਦੇ ਵਿੱਚ ਵੀ ਜਿਹੜਾ ਹੈ ਸੁੱਖ ਮਿਲਦਾ ਹੈ, ਜਾਗਰਤ ਅਵਸਥਾ ਦੇ ਵਿੱਚ ਵੀ ਸੁੱਖ ਜਿਹੜਾ ਮਿਲਦਾ ਹੈ। ਸੋ ਇਨਸਾਨ ਜਿਹੜਾ ਹੈ ਉਸ ਨੂੰ ਜਾਗਰਤ ਅਵਸਥਾ ਦੇ ਵਿੱਚ ਵੀ ਸੁੱਖ ਮਿਲਦਾ, ਸੋ ਸਫਲ ਅਵਸਥਾ ਦੇ ਵਿੱਚ ਵੀ ਜਿਹੜਾ ਹੈ ਉਹ ਸੁੱਖ ਮਿਲਦਾ ਹੈ। ਸੋ ਕੋਈ ਵੀ ਜਿਹੜੀ ਸਥਿਤੀ ਜਿਹੜੀ ਪੈਦਾ ਹੋਵੇ ਉਸ ਨਾਲ ਵਿਚਲਿਤ ਨਹੀਂ ਜਿਹੜਾ ਹੈ ਉਹ ਨਹੀਂ ਹੁੰਦਾ ਹੈ ਜੀ।